ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਫਿਰ ਇਮਾਨਦਾਰ ਦੇ ਅਖਤਿਆਰ ਦੇ ਬਾਰੇ ਗੱਲ ਕਰਾਂਗੇ। ਇਹ ਸਾਡਾ ਸਿਲਸਿਲਾ ਚੱਲਦਾ ਹੈ ਤੇ ਇਹ ਚੱਲਦਾ ਰਹੇਗਾ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਯਸ਼ਵਾ ਦੀ ਕਿਤਾਬ ਉਹਦਾ 10ਵਾਂ ਬਾਬ ਤੇ ਉਹਦੀ 12ਵੀਂ ਆਇਤ ਦਾ ਆਖਰੀ ਹਿੱਸਾ ਤੇ 13ਵੀਂ ਆਇਤ ਪੜਾਂਗੇ। ਖੁਦਾ ਦੇ ਕਲਾਮ 'ਚ ਲਿਖਿਆ ਹੈ, ਐ ਸੂਰਜ ਤੂੰ ਜਬੂਨ ਤੇ ਐ ਚੰਨ ਤੂੰ ਵਾਦੀਏ ਅਯਾਲੂਨ 'ਚ ਠਹਿਰ ਜਾ। ਤੇ ਸੂਰਜ ਠਹਿਰ ਗਿਆ ਤੇ ਚੰਨ ਵੀ ਰੁਕ ਗਿਆ। ਜਿੰਨੀ ਦੇਰ ਤੱਕ ਕੌਮ ਨੇ ਆਪਣੇ ਦੁਸ਼ਮਣੋਂ ਤੇ ਆਪਣਾ ਇੰਤਕਾਮ ਆਪਣੀ ਦੁਸ਼ਮਣੀ ਨਾ ਕੱਢੀ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਮੇਰੇ ਭੈਣੋ ਤੇ ਭਰਾਓ, ਅੱਜ ਅਸੀਂ ਫਿਰ ਸਿੱਖਣ ਰਹੇ ਹਾਂ ਇਮਾਨਦਾਰ ਦੇ ਅਖਤਿਆਰ ਦੇ ਬਾਰੇ। ਯਸ਼ਵਾ ਖੁਦਾ ਦਾ ਬੰਦਾ। ਮੂਸਾ ਇਸ ਦੁਨੀਆ ਤੋਂ ਚਲਾ ਗਿਆ ਤੇ ਮੂਸਾ ਦਾ ਸ਼ਾਗਿਰਦ ਯਸ਼ਵਾ ਨੂੰ ਖੁਦਾ ਨੇ ਕਿਹਾ, ਉੱਠ, ਹੌਸਲਾ ਰੱਖ, ਦਲੇਰ ਹੋ। ਜਿਵੇਂ ਮੈਂ ਮੂਸਾ ਦੇ ਨਾਲ ਸਾਂ ਉਵੇਂ ਹੀ ਤੇਰੇ ਨਾਲ ਰਹਾਂਗਾ। ਇਹ ਪਾਵਰ, ਇਹ ਅਖਤਿਆਰ ਉਹਨੂੰ ਮਿਲ ਗਿਆ ਕਿ ਖੁਦਾ ਮੇਰੇ ਨਾਲ ਹੈ। ਤੇ ਇੰਜ ਹੋਇਆ ਕਿ ਕੁਝ ਬਾਦਸ਼ਾਹਾਂ ਨੇ ਚੜ੍ਹਾਈ ਕੀਤੀ ਮੁਲਕ ਦੇ ਉੱਤੇ ਤੇ ਉਹਨਾਂ ਯਸ਼ਵਾ ਨੂੰ ਕਾਲ ਕੀਤਾ। ਉਹਨਾਂ ਬੁਲਾਇਆ ਕਿ ਛੇਤੀ ਆ, 5 ਬਾਦਸ਼ਾਹ ਸਾਡੇ ਖਿਲਾਫ ਆ ਗਏ ਨੇ ਤੇ ਸਾਨੂੰ ਮਾਰ ਦੇਣਗੇ ਤੇ ਛੇਤੀ ਆ। ਯਸ਼ਵਾ ਖੁਦਾ ਦੀ ਹਜ਼ੂਰੀ 'ਚ ਗਿਆ ਤੇ ਖੁਦਾ ਨੇ ਕਿਹਾ ਜਾ। ਤੇ ਯਸ਼ਵਾ ਆ ਗਿਆ ਜੰਗ ਕਰਨ ਲਈ। ਤੇ ਜੰਗ ਕਰਨ ਲਈ ਜਦੋਂ ਆਇਆ, ਰਾਤ ਨੂੰ ਹੀ ਟੁਰ ਪਿਆ ਤੇ ਸਵੇਰੇ ਸਵੇਰੇ ਪਹੁੰਚ ਗਿਆ। ਜਦੋਂ ਪਹੁੰਚ ਗਿਆ ਤੇ ਸਿਪਾਹੀਆਂ ਨਾਲ ਗੱਲ ਹੋਈ, ਉੱਥੋਂ ਦੇ ਮੁਲਕ ਦੇ ਲੋਕਾਂ ਨਾਲ ਵੀ ਗੱਲ ਹੋਈ ਤੇ ਉਹਨਾਂ ਨੂੰ ਆਂਦਾ, ਫਿਕਰ ਨਾ ਕਰੋ, ਅੱਜ ਹੀ ਸਾਰਾ ਕੰਮ ਹੋਏਗਾ। ਕਹਿੰਦੇ ਨੇ ਐਡਾ ਵੱਡਾ ਮੁਲਕ ਅਸੀਂ ਕਿਵੇਂ ਕਰਾਂਗੇ? ਖੁਦਾ ਵੀ ਕਹਿੰਦਾ ਅੱਜ ਹੀ ਕਰ, ਜੋ ਕੁਛ ਅੱਜ ਹੀ ਕਰ। ਹੁਣ ਵੇਖੋ, ਅਸੀਂ ਸਿੱਖਣ ਰਹੇ ਹਾਂ ਇਮਾਨਦਾਰ ਦਾ ਅਖਤਿਆਰ। ਹੁਣ ਉਹ ਸੋਚਦਾ ਹੈ ਕਿ ਐਡਾ ਵੱਡਾ ਮੁਲਕ ਇਹ ਕਿਵੇਂ ਅਸੀਂ ਅੱਜ ਦੇ ਦਿਨ 'ਚ ਹੀ ਫਤਹ ਕਰਾਂਗੇ? ਇੱਕ ਦਿਨ 'ਚ ਨਹੀਂ ਹੋ ਸਕਦਾ। ਲੇਕਿਨ ਯਸ਼ਵਾ ਨੇ ਕੀ ਕੀਤਾ? ਜ਼ਰਾ ਗੌਰ ਨਾਲ ਸੁਣੋ ਲਫ਼ਜ਼। ਇਹ ਜਿਹੜੇ ਮੈਂ ਖੁਦਾ ਦੇ ਕਲਾਮ 'ਚੋਂ ਪੜ੍ਹੇ ਨੇ, ਉਹ ਖੁਦਾ ਦੀ ਹਜ਼ੂਰੀ 'ਚ ਆ ਕੇ ਤੇ ਨਾਲੇ ਦੁਆ ਕਰਦਾ ਤੇ ਨਾਲੇ ਪਤਾ ਕੀ ਆਂਦਾ ਹੈ, ਸੂਰਜ ਇੱਥੇ ਹੀ ਰੁਕ ਜਾ, ਸੂਰਜ ਇੱਥੇ ਹੀ ਰੁਕ ਜਾ ਤੇ ਚੰਨ ਤੂੰ ਵੀ ਇੱਥੇ ਹੀ ਰੁਕ ਜਾ, ਕੋਈ ਨਾ ਅੱਗੇ ਵਧੇ। ਇਸ ਲਈ ਕਿ ਚੰਨ ਨੇ ਚੜ੍ਹਨਾ ਤੇ ਸੂਰਜ ਨੇ ਡੁੱਬਣਾ। ਤੇ ਜਦੋਂ ਉਹ ਦੋਵੇਂ ਖਲੋ ਗਏ ਤੇ ਦਿਨ ਉੱਥੇ ਖਲੋ ਗਿਆ। ਉਹਨੇ ਈਮਾਨ ਨਾਲ ਅਖਤਿਆਰ ਇਸਤੇਮਾਲ ਕੀਤਾ। ਸੂਰਜ ਵੀ ਰੁਕ ਗਿਆ ਤੇ ਚੰਨ ਵੀ ਰੁਕ ਗਿਆ ਤੇ ਉਹਨੇ ਉਸੇ ਦਿਨ ਹੀ ਆਪਣੇ ਦੁਸ਼ਮਣਾਂ ਨੂੰ ਨੇਸਤੋ ਨਾਬੂਦ ਕਰਕੇ ਤੇ ਫਤਹ ਪਾ ਲਈ। ਲੇਕਿਨ ਉਹਨੇ ਈਮਾਨ ਨਾਲ ਅਖਤਿਆਰ ਇਸਤੇਮਾਲ ਕੀਤਾ ਜਿਹੜਾ ਖੁਦਾ ਨੇ ਦਿੱਤਾ ਹੋਇਆ ਸੀ ਕਿ ਅੱਜ ਹੀ ਅੱਜ ਕਰਨਾ। ਹੁਣ ਉਹਦੇ ਕੋਲ ਟਾਈਮ ਤਾਂ ਘੱਟ ਸੀ, ਲੇਕਿਨ ਉਹਨੇ ਇੰਨੀ ਗੱਲ ਕਹੀ, ਸੂਰਜ ਤੂੰ ਵੀ ਰੁਕ ਜਾ ਤੇ ਚੰਨ ਤੂੰ ਵੀ ਰੁਕ ਜਾ, ਤੇ ਦੋਵੇਂ ਰੁਕ ਗਏ। ਅਸੀਂ ਇੰਜ ਦਾ ਜ਼ਿਕਰ ਅੱਗੇ ਸਲਾਤੀਨ ਦੀ ਕਿਤਾਬ 'ਚ ਵੀ ਪੜ੍ਹਨੇ ਆ। ਏਲੀਆ ਜਿਹੜਾ ਬੜਾ ਜਜ਼ਬਾਤੀ ਹੈ, ਉਹ ਖੁਦਾ ਨੂੰ ਆਂਦਾ ਹੈ, ਬੜਾ ਰੂਹ ਨਾਲ ਭਰਿਆ, ਖੁਦਾਵੰਦਾ ਜਿੰਨੀ ਦੇਰ ਤੱਕ ਮੈਂ ਨਾ ਆਖਾਂ ਜ਼ਮੀਨ ਤੇ ਬਾਰਿਸ਼ ਨਾ ਹੋਵੇ। ਉਹਨੇ ਅਖਤਿਆਰ ਇਸਤੇਮਾਲ ਕੀਤਾ
ਤੇ ਬਾਈਬਲ ਕਹਿੰਦੀ ਹੈ 3.5 ਸਾਲ ਜ਼ਮੀਨ ਤੇ ਬਾਰਿਸ਼ ਨਹੀਂ ਹੋਈ। ਹੁਣ ਉਹ ਤੇ ਭੁੱਲ ਗਿਆ, ਲੇਕਿਨ ਖੁਦਾ ਨੂੰ ਯਾਦ ਸੀ। ਲੋਕ ਦੁਆਵਾਂ ਕਰਨ ਡਏ ਹਨ, ਖੁਦਾਵੰਦ ਦਾ ਫਸਲ ਕੋ ਨਹੀਂ, ਅਨਾਜ ਕੋ ਨਹੀਂ। ਬਾਰਿਸ਼ ਹੋਵੇ ਤੇ ਸਾਨੂੰ ਫਸਲ ਮਿਲੇ, ਬਾਰਿਸ਼ ਹੋਵੇ ਤੇ ਸਾਡੇ ਜਾਨਵਰਾਂ ਲਈ ਪਾਣੀ ਹੋਵੇ, ਬਾਰਿਸ਼ ਹੋਵੇ ਤੇ ਸਾਡੇ ਪੀਣ ਲਈ ਪਾਣੀ ਹੋਵੇ। ਕਾਲ ਪੈ ਗਿਆ। ਉਹ ਦੁਆ ਕਰਕੇ ਤੇ ਚੁੱਪ, ਮੁੰਡਾ ਖੁੰਡਾ ਹੀ ਨਾ, ਉਹਦਾ ਅੱਗੇ ਧਿਆਨ ਹੀ ਨਹੀਂ। ਖੁਦਾ ਨੇ ਆਪ ਏਲੀਆ ਨੂੰ ਕਿਹਾ, ਏਲੀਆ ਉੱਠ, ਦੁਆ ਕਰ, ਮੈਂ ਜ਼ਮੀਨ ਤੇ ਮੀਂਹ ਵਰਸਾਣਾ ਚਾਹਨਾ। ਤੇ ਬਾਈਬਲ ਆਂਦੀ ਏ ਏਲੀਆ ਨੂੰ ਯਾਦ ਆ ਗਿਆ, ਨਾਲੇ ਖੁਦਾ ਦਾ ਹੁਕਮ ਸੀ। ਉਹਨੇ ਦੁਆ ਕੀਤੀ ਤੇ ਆਪਣੇ ਨੌਕਰ ਨੂੰ ਆਂਦਾ, ਜਾ ਉੱਤੇ ਵੇਖ ਕੇ ਆ, ਬੱਦਲ ਆਇਆ। ਉਹਨੇ ਕਿਹਾ ਕੋਈ ਨਹੀਂ। ਹੁਣ ਵੇਖੋ, ਪਿਛਲੇ ਹਿੱਸੇ 'ਚ ਵੇਖਿਆ, ਉਹਨੇ ਦੁਆ ਕੀਤੀ ਯਸ਼ੂਆ ਨੇ, ਤੇ ਸੂਰਜ ਵੀ ਰੁਕ ਗਿਆ ਤੇ ਚੰਨ ਵੀ ਰੁਕ ਗਿਆ ਤੇ ਉਹਨੇ ਫਤਹ ਪਾਈ ਹੈ। ਇੱਥੇ ਅਗਲੇ ਹਿੱਸੇ 'ਚ ਅਸੀਂ ਵੇਖਣ ਡਏ ਆ ਕਿ ਏਲੀਆ ਦੁਆ ਕਰਦਾ ਤੇ ਹਾਲੀ ਬੱਦਲ ਨਹੀਂ ਆਇਆ। ਤੇ ਇੱਕ ਦੁਆ ਕੀਤੀ ਤੇ ਕਹਿੰਦਾ ਜਾ ਵੇਖ ਕੇ ਆ, ਹਜਾਜ਼ੀ ਜਾ ਵੇਖ ਕੇ ਆ, ਉੱਤੇ ਬੱਦਲ ਆਇਆ। ਆਂਦਾ ਨਹੀਂ। ਦੂਜੀ ਵਾਰੀ ਫੇਰ ਦੁਆ ਕਰਨ ਲੱਗ ਪਿਆ, ਕਹਿੰਦਾ ਜਾ ਵੇਖ ਕੇ ਆ, ਫੇਰ ਕੋਈ ਨਹੀਂ ਆਇਆ। ਤੇ ਖੁਦਾ ਦਾ ਕਲਾਮ ਕਹਿੰਦਾ 7ਵੀਂ ਵਾਰੀ ਜਦੋਂ ਉਹਨੇ ਕਿਹਾ ਨਾ ਕਿ ਜਾ ਹਿਜਾਜ਼ੀ ਉੱਤੇ ਵੇਖ ਕੇ ਆ, ਬੱਦਲ ਆਇਆ। ਤੇ ਜਦੋਂ ਉੱਤੇ ਜਾਂਦਾ ਤੇ ਆਂਦਾ ਮੇਰੇ ਆਕਾ ਇੱਕ ਛੋਟੀ ਜਿਹੀ ਬਦਲੀ ਆਈ ਹੈ। ਕਹਿੰਦਾ ਜਾ ਬਾਦਸ਼ਾਹ ਨੂੰ ਕਹਿ ਦੇ ਆਪਣੇ ਰੱਥ ਪਹਾੜ ਤੋਂ ਲਾ ਲਵੇ, ਇਸ ਲਈ ਕਿ ਬੜੀ ਤੇਜ਼ ਬਾਰਿਸ਼ ਹੋਣੀ ਹੈ। ਤੇ ਇਹੋ ਹੀ ਹੋਇਆ, ਬਾਰਿਸ਼ ਇੰਨੀ ਤੇਜ਼ ਆਈ ਕਿ ਬਾਦਸ਼ਾਹ ਆਪਣੇ ਰੱਥ ਹੀ ਨਹੀਂ ਲਾ ਸਕਿਆ। ਤੇ ਖੁਦਾ ਨੇ ਖੂਬ ਮੀਂਹ ਪਾਇਆ, ਇਸ ਲਈ ਕਿ ਖੁਦਾ ਉਹਨਾਂ ਲੋਕਾਂ ਦੀਆਂ ਵੀ ਦੁਆਵਾਂ ਸੁਣ ਰਿਹਾ ਸੀ ਜਿਹੜੇ ਈਮਾਨ ਨਾਲ ਦੁਆ ਕਰਦੇ ਹਨ ਕਿ ਬਾਰਿਸ਼ ਹੋਵੇ। ਇਸ ਤਰ੍ਹਾਂ ਕਈ ਇਮਾਨਦਾਰ ਨੇ, ਉਹ ਦੁਆ ਕਰਕੇ ਭੁੱਲ ਜਾਂਦੇ ਨੇ, ਤੇ ਕਈ ਇਮਾਨਦਾਰ ਦੁਆ ਕਰਦੇ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਹਿਣ ਡਏ ਹਾਂ। ਤੇ ਕਈ ਇੰਤਜ਼ਾਰ ਕਰਦੇ ਨੇ, ਤੇ ਖੁਦਾ ਜਿਹੜਾ ਆਸਮਾਨ ਤੇ ਵੇਂਦਾ ਪਿਆ, ਉਹ ਦੁਆਵਾਂ ਦਾ ਜਵਾਬ ਦੇਣ ਵਾਲਾ। ਇਮਾਨਦਾਰ ਨੂੰ ਅਖਤਿਆਰ ਮਿਲਿਆ, ਲੇਕਿਨ ਖੁਦਾ ਵੀ ਉਸ ਅਖਤਿਆਰ ਦੀ ਰਖਵਾਲੀ ਕਰਦਾ ਹੈ। ਖੁਦਾ ਵੀ ਉਸ ਅਖਤਿਆਰ ਨੂੰ ਵੇਂਦਾ ਤੇ ਫਿਰ ਆਪ ਕਹਿੰਦਾ, ਜਿਵੇਂ ਏਲੀਆ ਨੂੰ ਉਹਨੇ ਕਿਹਾ ਕਿ ਮੈਂ ਬਾਰਿਸ਼ ਜ਼ਮੀਨ ਤੇ ਲਿਆਉਣਾ ਚਾਹਨਾ, ਮੀਂਹ ਵਰਸਾਣਾ ਚਾਹਨਾ, ਤੇ ਤੂੰ ਇੰਜ ਕਰ, ਦੁਆ ਕਰ ਕਿ ਬਾਰਿਸ਼ ਹੋਵੇ, ਕਿਉਂਕਿ ਤੂੰ ਕਿਹਾ ਸੀ ਜਿੰਨੀ ਦੇਰ ਤੱਕ ਜ਼ਮੀਨ ਮੈਂ ਨਾ ਕਵਾਂ ਜ਼ਮੀਨ ਤੇ ਬਾਰਿਸ਼ ਨਾ ਹੋਵੇ। ਤੇ ਖੁਦਾ ਨੇ ਉਹਨੂੰ ਕਿਹਾ ਕਿ ਹੁਣ ਦੁਆ ਕਰ ਕਿ ਬਾਰਿਸ਼ ਹੋਵੇ, ਤਾਂ ਕਿ ਮੈਂ ਤੇਰੀ ਗੱਲ ਪੂਰੀ ਰੱਖਾਂ। ਇਮਾਨਦਾਰ ਦਾ ਅਖਤਿਆਰ, ਉਹਦੇ ਮੂੰਹ ਚੋਂ ਜਿਹੜੇ ਅਲਫਾਜ਼ ਨਿਕਲਦੇ ਨੇ, ਖੁਦਾ ਸੁਣਦਾ ਤੇ ਉਹਨਾਂ ਨੂੰ ਪੂਰੀਆਂ ਕਰਦਾ ਹੈ। ਬੰਦਾ ਭੁੱਲ ਜਾਂਦਾ, ਇਮਾਨਦਾਰ ਭੁੱਲ ਜਾਂਦਾ, ਲੇਕਿਨ ਖੁਦਾ ਪੂਰੀਆਂ ਕਰਦਾ ਜੇ। ਇਸ ਲਈ ਜਿਹੜੀ ਦੁਆ ਕਰਦੇ ਹੋ, ਜਿਹੜਾ ਖੁਦਾ ਦੇ ਜ਼ੋਰ ਕਰਦੇ ਹੋ, ਇਮਾਨਦਾਰ ਜਿਹੜਾ ਪਾਵਰ ਇਸਤੇਮਾਲ ਕਰਦਾ, ਅਖਤਿਆਰ ਇਸਤੇਮਾਲ ਕਰਦਾ, ਬੜਾ ਸੋਚ ਸਮਝ ਕੇ ਵੀ ਕਰੇ ਤੇ ਇਨਸਾਨਾਂ ਦੀ ਭਲਾਈ ਲਈ ਕਰੇ। ਦੁਸ਼ਮਣ ਦੀ ਕੁਦਰਤ ਤੇ ਸਾਰੀ ਤੇ ਗਾਲਬ ਆਉਣ ਦੀ ਕੋਸ਼ਿਸ਼ ਕਰੇ। ਕਿਉਂ? ਸਾਡੀ ਜੰਗ ਰੂਹਾਨੀ ਹੈ, ਜਿਸਮਾਨੀ ਨਹੀਂ। ਅਸੀਂ ਅਬਲੀਸ ਨਾਲ ਮੁਕਾਬਲਾ ਕਰਨੇ, ਸ਼ੈਤਾਨ ਨਾਲ ਮੁਕਾਬਲਾ ਕਰਨੇ ਆ। ਮੈਂ ਫਿਰ ਯਾਦ ਦਿਲਾਨਾ, ਪਤਰਸ ਦੇ ਖੱਤ 'ਚ ਲਿਖਿਆ, ਸ਼ੈਤਾਨ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਤੋਂ ਭੱਜ ਜਾਏਗਾ। ਅਸਾਂ ਮੁਕਾਬਲੇ ਲਈ ਖੜੇ ਹੋਣਾ, ਸਾਡਾ ਨੁਕਸਾਨ ਕੋਈ ਨਹੀਂ ਹੋਣਾ। ਖੁਦਾ ਦਾ ਵਾਅਦਾ ਹੈ ਕਿ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ। ਇਸ ਲਈ ਇਮਾਨਦਾਰੋ, ਅਖਤਿਆਰ ਨੂੰ ਇਸਤੇਮਾਲ ਕਰੋ। ਅੱਜ ਦਾ ਟਾਈਮ ਕਾਫੀ ਹੋ ਗਿਆ ਤੇ ਅਸੀਂ ਇਸੇ ਚੀਜ਼ ਨੂੰ, ਇਸੇ ਪੈਗਾਮ ਨੂੰ ਅਗਲੇ ਹਿੱਸੇ 'ਚ ਵੇਖਾਂਗੇ, ਅਗਲੇ ਪੈਗਾਮ 'ਚ ਵੇਖਾਂਗੇ। ਤੇ ਮੈਂ ਈਮਾਨ ਰੱਖਣਾ ਵਾ ਕਿ ਤੁਸੀਂ ਇਹ ਕਲਾਮ ਜਿਹੜਾ ਸੁਣਿਆ, ਇਮਾਨਦਾਰ ਦਾ ਅਖਤਿਆਰ, ਆਪਣਾ ਅਖਤਿਆਰ ਜਿਹੜਾ ਖੁਦਾ ਨੇ ਤੁਹਾਨੂੰ ਦਿੱਤਾ ਹੈ, ਉਹਨੂੰ ਠੀਕ ਇਸਤੇਮਾਲ ਕਰੋਗੇ ਤੇ ਲੋਕਾਂ ਲਈ ਬਰਕਤ ਦਾ ਬਾਇਸ ਬਣੋਗੇ। ਤੇ ਬੜੀਆਂ ਉਹ ਰੂਹਾਂ ਜਿਹੜੀਆਂ ਸ਼ੈਤਾਨ ਦੇ ਕੋਲ ਫਸੀਆਂ ਨੇ, ਉਹਨਾਂ ਨੂੰ ਵੀ ਛੁਡਾਓਗੇ, ਆਪਣੀ ਗੁਰਬਤ ਨੂੰ ਵੀ ਭਜਾਓਗੇ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਛੁਡਾਓਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।